ਹੈਲੋ ਦੋਸਤੋ, ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 10.2 ਜੋ ਕਿ ਸਰਕਲਸ ਚੱਕਰ 'ਤੇ ਆਧਾਰਿਤ ਹੈ, ਇਸ ਦੇ ਕੁਝ ਕੁਐਸਚਨ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਮਿਲਦੇ ਰਹਿਣ। ਸੋ ਕੁਐਸਚਨ ਨੰਬਰ 1 ਦੇ ਵਿੱਚ ਸਾਨੂੰ ਕੀ ਗਿਵਨ ਹੈ, ਫਰੋਮ ਅ ਪੁਆਇੰਟ Q the length of tangent to a circle is 24। ਸਾਡੇ ਪਾਸ ਇੱਕ ਸਰਕਲ ਹੈ, ਅਸੀਂ ਇੱਕ ਰਫ ਸਕੈਚ ਬਣਾ ਲੈਂਦੇ ਹਾਂ ਤੇ ਬਾਹਰ ਇੱਕ ਪੁਆਇੰਟ Q ਹੈ। ਸੋ ਲੈਂਥ ਆਫ ਟੈਂਜੈਂਟ ਟੂ ਦਾ ਸਰਕਲ ਇਜ਼ 24। ਸੋ ਇਸ ਪੁਆਇੰਟ Q ਤੋਂ ਇੱਕ ਟੈਂਜੈਂਟ ਸਪਰਸ਼ ਰੇਖਾ ਜਿਹੜੀ ਅਸੀਂ ਖਿੱਚੀ ਹੈ ਤੇ ਇਸ ਦੀ ਲੰਬਾਈ ਕਿੰਨੀ ਦਿੱਤੀ ਹੈ ਸਾਨੂੰ 24 ਸੈਂਟੀਮੀਟਰ, 24 ਸੈਂਟੀਮੀਟਰ ਇਸ ਦੀ ਲੰਬਾਈ ਹੈ। The distance of Q from the center is 25। ਸਪੋਜ਼ ਇਹ ਸਾਡਾ ਸੈਂਟਰ ਹੈ ਸਰਕਲ ਦਾ O, ਤੇ ਇਸ ਸੈਂਟਰ ਤੋਂ ਜੋ ਇਸ ਪੁਆਇੰਟ ਦੀ ਦੂਰੀ ਹੈ ਉਹ ਕਿੰਨੀ ਹੈ 25 ਸੈਂਟੀਮੀਟਰ। The radius of the circle is, ਅਸੀਂ ਚਾਰ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਜਿਹੜੀ ਉਹ ਟਿਕ ਕਰਨੀ ਹੈ ਕਿ ਰੇਡੀਅਸ that is this one। ਸੋ ਜੋ ਰੇਡੀਅਸ ਹੁੰਦਾ ਹਮੇਸ਼ਾ ਜੋ ਸਪਰਸ਼ ਰੇਖਾ ਸਾਡੀ ਟੈਂਜੈਂਟ ਹੈ ਉਸ ਦੇ ਨਾਲ ਹਮੇਸ਼ਾ ਕੀ ਹੁੰਦਾ ਹੈ, ਲੰਬ ਹੁੰਦਾ ਹੈ, ਪਰਪੈਂਡੀਕੂਲਰ ਹੁੰਦਾ ਹੈ। ਸੋ ਜੇਕਰ ਮੈਂ ਗੱਲ ਕਰਾਂ ਤਾਂ ਮੇਰੇ ਪਾਸ OPQ ਜਿਹੜੀ ਹੈ ਟਰਾਈਐਂਗਲ OPQ ਇਜ਼ ਅ ਰਾਈਟ ਐਂਗਲਡ ਟਰਾਈਐਂਗਲ, ਇਹ ਸਮਕੋਣੀ ਤ੍ਰਿਭੁਜ ਹੈ। ਸੋ ਜਿਹੜੀ ਰਾਈਟ ਐਂਗਲ ਟਰਾਈਐਂਗਲ ਹੈ, ਸਮਕੋਣੀ ਤ੍ਰਿਭੁਜ ਹੈ, ਉਸ ਦੇ ਵਿੱਚ ਪਾਈਥਾਗੋਰਸ ਥਿਊਰਮ ਜਿਹੜੀ ਹੈ ਉਹ ਲਾਗੂ ਹੁੰਦੀ ਹੈ। ਸੋ ਪਾਈਥਾਗੋਰਸ ਥਿਊਰਮ, ਸੋ ਪਾਈਥਾਗੋਰਸ ਥਿਊਰਮ ਸਾਨੂੰ ਕੀ ਦੱਸਦੀ ਹੈ ਦੈਟ ਜੋ ਕਰਨ ਦਾ ਵਰਗ ਹੈ, ਸਭ ਤੋਂ ਵੱਡੀ ਸਾਈਡ ਦਾ ਵਰਗ ਹੈ 25 ਸਕੇਅਰ, ਜਿਹੜਾ 25 ਦਾ ਵਰਗ ਹੋ ਗਿਆ ਸਾਡੇ ਪਾਸ। ਕਰਨ ਦਾ ਵਰਗ ਭਾਵ H ਸਕੇਅਰ ਹਾਈਪੋਟਨਿਊਜ਼ ਸਕੇਅਰ ਇਜ਼ ਇਕੁਅਲ ਟੂ ਬੇਸ ਸਕੇਅਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ ਦੈਟ ਇਜ਼ P ਸਕੇਅਰ ਪਰਪੈਂਡੀਕੂਲਰ ਸਕੇਅਰ। ਸੋ ਸਾਨੂੰ ਹਾਈਪੋਟਨਿਊਜ਼ ਪਤਾ ਹੈ ਭਾਵ ਕਰਨ ਪਤਾ ਹੈ, ਬੇਸ ਪਤਾ ਹੈ 24 ਇਹ ਪਤਾ ਹੈ, ਤਾਂ ਅਸੀਂ ਕੀ ਫਾਈਂਡ ਕਰ ਲਾਂਗੇ ਪਰਪੈਂਡੀਕੂਲਰ। ਸੋ H ਸਕੇਅਰ ਸਾਡੇ ਪਾਸ ਆ ਗਿਆ 25 ਸਕੇਅਰ, ਬੇਸ ਸਾਡੇ ਪਾਸ 24 ਸਕੇਅਰ ਪਲੱਸ ਅਸੀਂ ਪਰਪੈਂਡੀਕੂਲਰ ਭਾਵ ਲੰਬ ਪਤਾ ਕਰਨਾ ਹੈ। ਸੋ 25 ਦਾ ਵਰਗ ਸਾਡੇ ਪਾਸ ਹੁੰਦਾ ਹੈ 625 ਤੇ 24 ਦਾ ਵਰਗ ਸਾਡੇ ਪਾਸ ਹੋਏਗਾ 576 ਪਲੱਸ P ਸਕੇਅਰ। ਸੋ 625 ਜੋ 576 ਹੈ 576 ਹੈ, ਇਸ ਨੂੰ ਅਸੀਂ ਲੈਫਟ ਹੈਂਡ ਸਾਈਡ ਲੈ ਆਉਂਦੇ ਹਾਂ। ਸੋ 625 ਮਾਈਨਸ 576 ਇਹ ਸਾਡੇ ਪਾਸ ਕੀ ਆ ਜਾਏਗਾ 49। ਸੋ ਜੋ 49 ਹੈ ਇਹ ਕਿਸ ਦਾ ਸਕੇਅਰ ਹੈ, ਇਹ ਹੈ ਸਾਡੇ ਪਾਸ 7 ਸਕੇਅਰ। ਸੋ P ਸਕੇਅਰ ਕਿਹਦੇ ਬਰਾਬਰ ਆ ਗਿਆ ਸਾਡੇ ਪਾਸ 7 ਸਕੇਅਰ ਦੇ, ਭਾਵ ਜੋ ਸਾਡਾ ਰੇਡੀਅਸ ਹੈ OP ਉਹ ਕੀ ਆ ਜਾਏਗਾ ਸਾਡੇ ਪਾਸ 7 ਸੈਂਟੀਮੀਟਰ, ਕੈਂਸਲ ਆਊਟ ਹੋ ਜਾਏਗਾ। ਸੋ ਸਾਡੀ ਜਿਹੜੀ ਰਾਈਟ ਆਪਸ਼ਨ ਹੋਏਗੀ ਉਹ ਕੀ ਹੋਏਗੀ ਆਪਸ਼ਨ A। ਸੋ ਆਪਸ਼ਨ A ਇਜ਼ ਦੀ ਰਾਈਟ ਆਪਸ਼ਨ। ਸੋ ਇਹਦੇ ਨਾਲ ਦੇ ਕਈ ਕੁਐਸਚਨ ਅੱਗੇ ਵੀ ਨੇ, ਉਹ ਵੀ ਅਸੀਂ ਡਿਸਕਸ ਕਰਾਂਗੇ। ਸੋ ਪਹਿਲਾਂ ਅਸੀਂ ਕੁਐਸਚਨ ਨੰਬਰ 2 ਡਿਸਕਸ ਕਰ ਲੈਂਦੇ ਹਾਂ। ਸੋ ਕੁਐਸਚਨ ਨੰਬਰ 2 ਦੇ ਵਿੱਚ ਸਾਨੂੰ ਇੱਕ ਫਿਗਰ ਗਿਵਨ ਹੈ 10.11, ਇਹ ਫਿਗਰ ਹੈ ਸਾਡੇ ਪਾਸ। TP ਐਂਡ TQ ਆਰ ਟੂ ਟੈਂਜੈਂਟਸ। ਸੋ ਇਹ ਜੋ ਦੋਵੇਂ ਲਾਈਨਸ ਨੇ ਟੈਂਜੈਂਟਸ ਨੇ ਸਰਕਲ ਦੇ ਉੱਪਰ। ਸੋ ਜੇਕਰ TP ਤੇ TQ ਟੈਂਜੈਂਟਸ ਨੇ ਤਾਂ ਜੋ ਟੈਂਜੈਂਟਸ ਹੁੰਦੀਆਂ ਨੇ ਉਹ ਰੇਡੀਅਸ ਦੇ ਨਾਲ OP ਐਂਡ OQ ਆਰ ਰੇਡੀਅਸ, OP ਐਂਡ OQ ਆਰ ਰੇਡੀਅਸ, ਇਹ ਅਰਧ ਵਿਆਸ ਨੇ। ਤੇ ਜੋ ਟੈਂਜੈਂਟ ਤੇ ਰੇਡੀਅਸ ਹੁੰਦੇ ਨੇ ਉਹ ਆਪਸ ਦੇ ਵਿੱਚ 90 ਡਿਗਰੀ ਦਾ ਜਿਹੜਾ ਐਂਗਲ ਉਹ ਬਣਾਉਂਦੇ ਨੇ, ਭਾਵ ਐਂਗਲ P ਇਜ਼ ਇਕੁਅਲ ਟੂ ਐਂਗਲ Q ਬੋਥ ਆਰ ਆਫ 90 ਡਿਗਰੀ। ਇਹ ਜੋ ਐਂਗਲ ਨੇ ਸਾਡੇ ਪਾਸ ਇਹ ਦੋਵੇਂ ਕੀ ਨੇ 90 ਡਿਗਰੀ ਦੇ ਨੇ। ਅੱਗੇ ਸਾਨੂੰ ਕੀ ਗਿਵਨ ਹੈ with center O so that angle POQ is 110 degree। ਐਂਗਲ POQ ਇਹ ਐਂਗਲ ਸਾਨੂੰ 110 ਗਿਵਨ ਹੈ, that is angle POQ is equal to 110 ਡਿਗਰੀ। ਇਹ ਸਾਨੂੰ ਸਾਰਾ ਕੁਝ ਕੀ ਹੈ ਗਿਵਨ ਹੈ, ਦਿੱਤਾ ਗਿਆ ਹੈ। ਸੋ ਅਸੀਂ ਪਤਾ ਕੀ ਕਰਨਾ, ਫਾਈਂਡ ਐਂਗਲ PTQ, ਐਂਗਲ PTQ ਅਸੀਂ ਇਹ ਵਾਲਾ ਜਿਹੜਾ ਐਂਗਲ ਹੈ ਫਾਈਂਡ ਕਰਨਾ ਹੈ। ਸੋ ਫਾਈਂਡ ਕੀ ਕਰਨਾ ਹੈ, ਅਸੀਂ ਪਤਾ ਕੀ ਕਰਨਾ ਹੈ ਐਂਗਲ PTQ। ਸੋ ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਇਹ ਜਿਹੜੀ ਮੇਰੇ ਪਾਸ ਕੀ ਬਣ ਰਹੀ ਹੈ, ਚਤੁਰਭੁਜ ਬਣ ਰਹੀ ਹੈ, ਕੁਆਡਰੀਲੇਟਰਲ। ਸੋ ਆਨਸਰ ਦੇ ਵਿੱਚ ਅਸੀਂ ਕੀ ਲਿਖਦੇ ਹਾਂ
OQTP is a quadrilateral. OQTP is a quadrilateral। ਭਾਵ OQTP ਇੱਕ ਚਤੁਰਭੁਜ ਹੈ, ਚਾਰ ਭੁਜਾਵਾਂ ਵਾਲੀ ਹੈ। ਸੋ ਸਾਨੂੰ ਪਤਾ ਹੈ ਕਿ ਕੁਆਡਰੀਲੇਟਰਲ ਦੇ ਵਿੱਚ ਜੋ ਐਂਗਲ ਸਮ ਪ੍ਰੋਪਰਟੀ ਹੈ ਕਿ ਕੁਆਡਰੀਲੇਟਰਲ ਦੇ ਚਾਰੋਂ ਐਂਗਲਸ ਦਾ ਜਿਹੜਾ ਸਮ ਹੁੰਦਾ ਹੈ, ਚਾਰੇ ਕੋਣਾਂ ਦਾ ਜਿਹੜਾ ਜੋੜ ਹੁੰਦਾ ਹੈ, ਉਹ ਹੁੰਦਾ 360 ਡਿਗਰੀ। ਸੋ ਸਮ ਆਫ ਐਂਗਲਸ ਕੀ ਹੈ ਇਹਦਾ, ਦੈਟ ਇਜ਼ 360 ਡਿਗਰੀ ਕੋਣਾਂ ਦਾ ਜੋੜ। ਤਾਂ ਅਸੀਂ ਚਾਰੇ ਕੋਣ ਜਿਹੜੇ ਨੇ ਉਹ ਜੋੜ ਲੈਂਦੇ ਹਾਂ, ਐਂਗਲ P ਪਲੱਸ ਐਂਗਲ T ਪਲੱਸ ਐਂਗਲ Q ਪਲੱਸ ਐਂਗਲ O, ਸਾਰੇ ਜੋੜ ਕੇ ਕਿੰਨਾ ਬਣਨਾ ਚਾਹੀਦਾ ਹੈ 360 ਡਿਗਰੀ 360, ਕਿਉਂਕਿ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੈ 360 ਹੁੰਦਾ ਹੈ। ਸੋ P ਸਾਨੂੰ ਪਤਾ ਹੈ ਪਰਪੈਂਡੀਕੂਲਰ ਹੋਏਗਾ ਇੱਥੇ ਰੇਡੀਅਸ ਜਿਹੜਾ ਸਪਰਸ਼ ਰੇਖਾ ਦੇ ਉੱਪਰ, ਤਾਂ P ਸਾਡੇ ਪਾਸ ਕਿੰਨਾ ਹੈ 90 ਡਿਗਰੀ। T ਸਾਨੂੰ ਪੁੱਛਿਆ ਗਿਆ ਐਂਗਲ PTQ, Q ਅਸੀਂ ਲਿਖਿਆ ਹੈ 90 ਡਿਗਰੀ ਤੇ ਉਹ ਸਾਨੂੰ ਗਿਵਨ ਹੈ ਦਿੱਤਾ ਗਿਆ 110 ਡਿਗਰੀ। ਸੋ ਦੈਟ ਇਜ਼ ਇਕੁਅਲ ਟੂ 360 ਡਿਗਰੀ। ਸੋ 90 ਪਲੱਸ 90 ਪਲੱਸ 110, ਇਹਨਾਂ ਤਿੰਨਾਂ ਦਾ ਜੋੜ ਸਾਡੇ ਪਾਸ ਕਿੰਨਾ ਆਏਗਾ 180 290, ਐਂਗਲ T ਪਲੱਸ 290 ਡਿਗਰੀ। ਸੋ ਅਸੀਂ 290 ਦੇ ਵਿੱਚ ਕਿੰਨਾ ਐਡ ਕਰੀਏ ਕਿ ਸਾਡੇ ਪਾਸ 360 ਆ ਜੇ। This implies angle T is equal to 360 minus 290। ਇਸ ਨੂੰ ਅਸੀਂ ਰਾਈਟ ਹੈਂਡ ਸਾਈਡ ਲੈ ਜਾਵਾਂਗੇ। ਇਸ ਦੇ ਅੱਗੇ ਕੀ ਆ ਰਿਹਾ ਹੈ, ਪਲੱਸ ਦਾ ਸਾਈਨ ਹੈ, ਉੱਧਰ ਜਾ ਕੇ ਸਾਡੇ ਪਾਸ ਕੀ ਆਏਗਾ ਮਾਈਨਸ ਦਾ ਸਾਈਨ। ਸੋ ਇਹ ਸਾਡੇ ਪਾਸ ਕਿੰਨਾ ਆ ਗਿਆ 70 ਡਿਗਰੀ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ, ਆਪਸ਼ਨ B ਹੋਏਗੀ। ਸੋ ਇਸ ਦੇ ਵਿੱਚ ਅਸੀਂ ਜੋ ਐਂਗਲ ਸਮ ਪ੍ਰੋਪਰਟੀ ਆਫ ਏ ਕੁਆਡਰੀਲੇਟਰਲ ਅਸੀਂ ਉਸ ਨੂੰ ਯੂਜ਼ ਕੀਤਾ ਹੈ। ਅਤੇ ਦੂਸਰਾ ਕੰਸੈਪਟ ਅਸੀਂ ਯੂਜ਼ ਕੀਤਾ ਹੈ ਕਿ ਜੋ ਰੇਡੀਅਸ ਹੈ ਉਹ ਹਮੇਸ਼ਾ ਟੇਂਜੈਂਟ ਦੇ ਨਾਲ ਹਮੇਸ਼ਾ 90 ਡਿਗਰੀ ਦਾ ਐਂਗਲ ਜਿਹੜਾ ਹੈ ਉਹ ਬਣਾਉਂਦਾ ਹੈ। ਰੇਡੀਅਸ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਟੇਂਜੈਂਟ। ਸੋ ਇਹ ਦੋ ਜੋ ਪ੍ਰੋਪਰਟੀਜ਼ ਨੇ ਅਸੀਂ ਉਹ ਯੂਜ਼ ਕੀਤੀਆਂ ਨੇ। ਸੋ ਇਸ ਤੋਂ ਬਾਅਦ ਕੁਐਸਚਨ ਨੰਬਰ 3 ਵੀ ਆਲਮੋਸਟ ਕੁਐਸਚਨ ਨੰਬਰ 2 ਵਰਗਾ ਹੀ ਹੈ, ਬਟ ਥੋੜ੍ਹਾ ਜਿਹਾ ਡਿਫਰੈਂਸ ਹੈ। ਅਸੀਂ ਇਹ ਵੀ ਡਿਸਕਸ ਕਰ ਲੈਂਦੇ ਹਾਂ ਇਸ ਵੀਡੀਓ ਦੇ ਵਿੱਚ। ਕੁਐਸਚਨ ਨੰਬਰ 3 ਦੇ ਵਿੱਚ ਸਾਨੂੰ ਗਿਵਨ ਹੈ ਇਫ ਟੇਂਜੈਂਟਸ PA ਐਂਡ PB ਫਰੋਮ ਅ ਪੁਆਇੰਟ P। ਸੋ ਸਾਡੇ ਪਾਸ ਦੋ ਟੇਂਜੈਂਟਸ ਨੇ, ਦੋ ਸਪਰਸ਼ ਰੇਖਾਵਾਂ ਨੇ। ਸੋ ਇੱਕ ਚੱਕਰ ਹੈ ਸਾਡੇ ਪਾਸ, ਅਸੀਂ ਰਫ ਸਕੈਚ ਡਰਾ ਕਰ ਲੈਂਦੇ ਪਹਿਲਾਂ। ਅਤੇ PA ਅਤੇ PB ਬਾਹਰ ਇੱਕ ਪੁਆਇੰਟ P ਹੈ। ਇਸ ਤੋਂ ਦੋ ਟੇਂਜੈਂਟਸ ਜਿਹੜੀਆਂ ਅਸੀਂ ਡਰਾ ਕੀਤੀਆਂ ਨੇ PA ਐਂਡ PB। ਸਪੋਜ਼ ਇਹ ਸਾਡੇ ਪਾਸ A ਪੁਆਇੰਟ ਹੈ ਅਤੇ ਇਹ ਸਾਡੇ ਪਾਸ ਕੀ ਹੈ B, ਅਤੇ ਸੈਂਟਰ ਕੀ ਹੋਇਆ O। with center O are inclined to each other at an angle of 80 degree। ਤੇ ਇਹਨਾਂ ਦੇ ਵਿੱਚ ਖੁਦ ਨਾਲ ਜਿਹਨਾਂ ਦਾ ਆਪਸ ਦੇ ਵਿੱਚ ਜੋ ਐਂਗਲ ਬਣਦਾ ਹੈ each other ਦੇ ਨਾਲ ਜੋ ਬਣਾਇਆ ਇਹਨਾਂ ਨੇ that is 80 degree। then angle POA, angle POA। ਸੋ ਪਹਿਲਾਂ ਵਾਲੇ ਕੁਐਸਚਨ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੈ। ਸੋ ਸਾਨੂੰ ਇਹ ਵੀ ਜੁਆਇਨ ਕਰਨਾ ਪਏਗਾ। ਸਾਨੂੰ ਪੁੱਛਿਆ ਗਿਆ ਐਂਗਲ POA, ਇਹ ਐਂਗਲ ਸਾਨੂੰ ਪੁੱਛਿਆ ਗਿਆ ਹੈ ਦਿਸ ਵਨ। ਸੋ ਗਿਵਨ ਕੀ ਹੈ, ਸਾਨੂੰ ਦਿੱਤਾ ਕੀ ਗਿਆ ਹੈ PA ਅਤੇ PB ਕੀ ਨੇ ਸਪਰਸ਼ ਰੇਖਾਵਾਂ ਨੇ। PA ਐਂਡ PB ਆਰ ਟੇਂਜੈਂਟਸ, ਸਪਰਸ਼ ਰੇਖਾਵਾਂ ਨੇ। ਅਤੇ ਐਂਗਲ P ਆਪਸ ਦੇ ਵਿੱਚ ਜਿਹੜੀਆਂ ਦੋਨੋਂ ਟੇਂਜੈਂਟਸ ਨੇ ਉਹ ਕਿਸ ਐਂਗਲ 'ਤੇ ਇੰਕਲਾਈਨਡ ਨੇ 80 ਡਿਗਰੀ 'ਤੇ। ਸੋ ਐਂਗਲ APB ਔਰ ਐਂਗਲ P ਇਜ਼ ਇਕੁਅਲ ਟੂ 80 ਡਿਗਰੀ। ਸੋ ਅਸੀਂ ਫਾਈਂਡ ਕੀ ਕਰਨਾ ਹੈ ਐਂਗਲ POA। ਤਾਂ ਜਿਹੜਾ ਅਸੀਂ ਲਾਸਟ ਕੁਐਸਚਨ ਕੀਤਾ ਹੈ ਕੁਐਸਚਨ ਨੰਬਰ 2, ਉਸ ਦੇ ਵਿੱਚ ਵੀ ਸਾਡੇ ਪਾਸ ਫਿਗਰ ਜਿਹੜੀ ਸੀ ਆਲਮੋਸਟ ਸੇਮ ਸੀ, ਬਟ ਇਹ ਜੋ ਸੈਂਟਰ ਵਾਲੀ ਲਾਈਨ ਸੀ ਉਹ ਨਹੀਂ ਸੀ ਸਾਡੇ ਪਾਸ। ਤਾਂ ਜੇਕਰ ਮੈਂ ਗੱਲ ਕਰਾਂ ਇਹਨਾਂ ਦੋ ਟਰਾਈਐਂਗਲਸ ਦੀ, ਇਨ ਟਰਾਈਐਂਗਲ OAP ਐਂਡ ਇਨ ਟਰਾਈਐਂਗਲ OBP, ਸਾਡੇ ਪਾਸ ਕੀ ਹੈ OA ਜੋ ਹੈ OB ਦੇ ਬਰਾਬਰ ਹੋਏਗਾ, ਕਿਉਂਕਿ ਦੋਨੋਂ ਕੀ ਨੇ ਸਾਡੇ ਪਾਸ
रेडियस ने, अर्ध व्यास ने। दूसरा ये लाइन जी साढ़े पास ओ पी जो है वो कॉमन है, सो ओ पी इज इक्वल टू ओ पी, ये सांझी है साढ़े पास जिसनों असीं बोलते हैं कॉमन। इसे तरह थर्ड साइड जी साढ़े पास पी ए ते पी बी ये भी की ने, बराबर ने, क्योंकि बाहरी बिंदु तो स्पर्श रेखावां की जी लंबाई होंदी है बराबर होंदी है लेंथ ऑफ टेंजेंट्स फ्रॉम एन एक्सटर्नल पॉइंट इज़ इक्वल। जेकर असीं एक ही पॉइंट तो दो टेंजेंट्स जिहड़ियां ड्रॉ करते हैं उन्हां दी जिहड़ी लेंथ होंदी है वो की होंदी है, इक्वल होंदी है, बराबर होंदी है। सो साढ़े पास 3 साइड्स जिहड़ियां ने वो बराबर आ गई ने। कई स्टूडेंट्स इस दे विच RHS भी अपलाई करते हैं, लाइक ये साढ़े पास हाइपरन्यूज़ है तो ये एंगल की ने दोने 90 दे ने, परपेंडिकुलर ने, तो ये रेडियस कॉमन है तो इक्वल है, दैट इज़ RHS भी अपलाई कर सकते हो तुसीं इस दे विच। ईवन SAS भी लग सकती है, साइड एंगल साइड। सो तीनों रूल जिहड़े तुसीं इत्थे अपलाई कर सकते हो, तीनों फिट ने। मैं SSS अपलाई कर रहे हैं, सो बाय SSS दैट इज़ भुजा 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 साइड 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 रूल के अकॉर्डिंग ट्राईएंगल OAP जो है कंगूरेंट होएगी ट्राईएंगल OBP दे। तो इस नाल सानू की पता चलता है कि दिस एंगल इज इक्वल टू दिस एंगल, कॉरसपोंडिंग एंगल्स ऑफ कंगूरेंट ट्राईएंगल्स आर इक्वल। सो एंगल POA जिहड़ा है साढ़े पास दैट इज इक्वल टू एंगल POB। ਸਰਬੰਗ ਸਮ ਤ੍ਰਿਭੁਜਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਨੇ, ਕੋਰਸਪੋਂਡਿੰਗ ਪਾਰਟਸ ਆਫ ਕੰਗਰੂਐਂਟ ਟ੍ਰਾਇੰਗਲਸ ਆਰ ਇਕੁਅਲ। ਸੋ ਅਸੀਂ ਲਾਸਟ ਕੁਐਸਚਨ ਦੇ ਵਿੱਚ ਐਂਗਲ ਸਮ ਪ੍ਰੋਪਰਟੀ ਆਫ ਕੁਆਡਰੀਲੇਟਰਲ ਯੂਜ਼ ਕੀਤੀ ਸੀ ਕਿ ਚਾਰੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ ਹੈ। ਜੇਕਰ ਮੈਂ ਕੁਆਡਰੀਲੇਟਰਲ OAPB ਦੀ ਗੱਲ ਕਰਾਂ ਤਾਂ ਚਾਰੋਂ ਕੋਣ ਮਿਲ ਕੇ ਕਿੰਨਾ ਬਣਾਉਂਦੇ ਨੇ 360 360। ਸੋ ਸੇਮ ਪ੍ਰੋਪਰਟੀ ਅਸੀਂ ਇੱਥੇ ਯੂਜ਼ ਕਰਾਂਗੇ तो ये वाला जो सेंटर एंगल है एंगल AOB जो है उसनों फाइंड कर लाँगे। सो ये एंगल AOB मेरे पास की आएगा, एंगल A प्लस एंगल B प्लस एंगल AOB प्लस एंगल P दैट इज़ 360। एंगल सम प्रॉपर्टी ऑफ क्वाड्रीलेटरल, चतुर्भुज के चारे कोणों का जोड़ कितना 360। सो एंगल A कितना मेरे पास 90, B भी कितना है 90, AOB मैं पता करना है तो एंगल P मैनू गिवन है, ये मेरे पास 80 दैट इज़ इक्वल टू 360। सो 90 90 तो 80 साढ़े पास बन जाते हैं 260। सो एंगल AOB प्लस 260 इज इक्वल टू 360। सो 260 ਦੇ ਵਿੱਚ ਕਿੰਨਾ ਜੋੜੀ ਅਸੀਂ 360 ਆ ਜੇ। ਸੋ ਇਹ ਕਿੰਨਾ ਹੋਏਗਾ ਸਾਡੇ ਪਾਸ ਐਂਗਲ AOB दैट इज़ इक्वल टू 360 माइनस 260 दैट इज़ 100 डिग्री। सो एंगल AOB ਜਿਹੜਾ ਹੈ ਉਹ 100 डिग्री ਸਾਡੇ पास आ गया है। तो ਜਿਹੜਾ एंगल AOB है AOB ਇਹ ਦੋ एंगल्स ਤੋਂ ਬਣਿਆ ਹੋਇਆ, दिस वन एंड दिस वन, दोनों की ने ਇਹ इक्वल ने। सो मैं POA फाइंड करना है तो POA की बनेगा 50 प्लस 50 इज़ 100। सो एंगल POA मेरे पास की आ जाएगा 50। सो AOB जो है दो एंगल्स तो बनया है, एंगल POA प्लस एंगल POB दैट इज़ इक्वल टू 100 डिग्री। सो POA तो POB बराबर ने। सो एंगल POA प्लस एंगल POA दैट इज़ इक्वल टू 100 डिग्री। So this implies 2 times of angle POA is 100 degree. So this cancels out. So angle POA की आ गया मेरे पास 50 डिग्री। सो जो क्वेश्चन है वैसे काफ़ी लेंथी हो गया है क्योंकि सानू दो ट्राईएंगल्स ਜਿਹੜੀਆਂ ਨੇ ਉਹ ਕੰਗੂਰੈਂਟ ਪ੍ਰੂਵ ਕਰਨੀਆਂ ਪਈਆਂ ਨੇ। ਬਟ ਜੇਕਰ ਕੁਐਸਚਨ ਤੁਹਾਡੇ ਕੋਲ ਐਗਜ਼ਾਮ ਦੇ ਵਿੱਚ 2 ਮਾਰਕਸ ਦਾ ਹੈ ਤਾਂ ਤੁਸੀਂ ਇਸ ਸੈਕਸ਼ਨ ਨੂੰ ਡਾਇਰੈਕਟਲੀ ਕਰ ਸਕਦੇ ਹੋ ਤੇ ਸਿੱਧੀ ਐਂਗਲ ਸਮ ਪ੍ਰੋਪਰਟੀ ਯੂਜ਼ ਕਰ ਸਕਦੇ ਹੋ। उम्मीद है जो तो एग्जामिनर है वो फुल मार्क्स जोड़े ने साइन कर देगा। एंगल POA तो साड़ी जी राइट ऑप्शन होएगी वो होएगी ऑप्शन A 50 डिग्री। सो नैक्सट असीं डिस्कस करते हैं क्वेश्चन नंबर 4।
ਸੋ ਕੁਐਸਚਨ ਨੰਬਰ 4 ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਸੋ ਕੁਐਸਚਨ ਨੰਬਰ 4, prove that the tangents drawn at the ends of a diameter of a circle are parallel। ਤਾਂ ਸਾਡੇ ਇੱਕ ਸਰਕਲ ਹੈ, ਸਪੋਜ਼ ਇਸ ਅਸੀਂ ਰਫ ਸਕੈਚ ਬਣਾ ਲੈਂਦੇ ਹਾਂ। ਇਹ ਸਾਡੇ ਪਾਸ ਕੀ ਹੈ, ਇੱਕ ਸਰਕਲ। tangents drawn at the ends of a diameter। ਸੋ ਸਾਨੂੰ ਇੱਕ ਡਾਇਆਮੀਟਰ ਗਿਵਨ ਹੈ ਪਹਿਲਾਂ ਤਾਂ, ਸਪੋਜ਼ ਇਹ O ਹੈ ਸਾਡੇ ਪਾਸ ਤੇ ਇਹ ਸਾਡਾ ਕੀ ਹੈ, ਇੱਕ ਡਾਇਆਮੀਟਰ ਹੈ। tangents drawn at the ends of diameter। ਸੋ ਅਸੀਂ ਇੱਥੇ ਦੋ ਟੇਂਜੈਂਟਸ ਜਿਹੜੀਆਂ ਨੇ ਡਰਾ ਕਰ ਲੈਂਦੇ ਹਾਂ। ਸਪੋਜ਼ ਦਿਸ ਪੁਆਇੰਟ ਇਜ਼ A, ਦਿਸ ਇਜ਼ B। ਇਹ ਸਾਡੇ ਪਾਸ PQ ਤੇ ਇਹ ਸਾਡੇ ਪਾਸ ਕੀ ਹੈ, RS। ਸੋ ਗਿਵਨ ਕੀ ਹੈ ਸਾਨੂੰ, tangents drawn at the ends of a diameter। ਸੋ AB ਡਾਇਆਮੀਟਰ ਹੈ, AB is diameter, that means AB ਜੋ ਹੈ ਸਾਡਾ ਵਿਆਸ ਹੈ। PQ and RS are tangents। PQ ਤੇ RS ਕੀ ਨੇ, ਟੇਂਜੈਂਟਸ ਨੇ, ਦੈਟ ਮੀਨਸ ਇਹ ਕੀ ਨੇ, ਸਪਰਸ਼ ਰੇਖਾਵਾਂ ਨੇ। ਤੇ ਅਸੀਂ ਪ੍ਰੂਵ ਕੀ ਕਰਨਾ ਹੈ, ਟੂ ਪ੍ਰੂਵ ਕੀ ਹੈ ਸਾਡੇ ਪਾਸ, ਸਿੱਧ ਕਰੋ। The tangents drawn at the ends of diameter of a circle are parallel, that PQ is parallel to RS। ਜਿਹੜੀਆਂ ਦੋਨੇ ਲਾਈਨਾਂ ਨੇ PQ ਤੇ RS ਕੀ ਨੇ, ਸਮਾਨਾਂਤਰ ਨੇ। ਸੋ ਪੈਰਲਲ ਪ੍ਰੂਵ ਕਰਨ ਦੇ ਲਈ ਸਾਨੂੰ ਕੀ ਪ੍ਰੂਵ ਕਰਨਾ ਪੈਂਦਾ ਹੈ, ਜਾਂ ਤਾਂ ਪੇਅਰ ਆਫ ਕੋਰਸਪੋਂਡਿੰਗ ਐਂਗਲਸ ਬਰਾਬਰ ਹੋਣ, ਜਾਂ ਅਲਟਰਨੇਟ ਇੰਟੀਰੀਅਰ ਐਂਗਲਸ, ਜਾਂ ਤਾਂ ਸੰਗਤ ਕੋਣ ਜਾਂ ਇਕਾਂਤਰ ਕੋਣ, ਚਾਹੇ ਉਹ ਅੰਦਰੂਨੀ ਹੋਣ ਜਾਂ ਬਾਹਰੀ ਹੋਣ, ਜਾਂ ਟਰਾਂਸਵਰਸਲ ਦੇ ਇੱਕੋ ਸਾਈਡ ਵਾਲੇ ਜਿਹੜੇ ਐਂਗਲ ਨੇ ਉਹਨਾਂ ਦਾ ਸਮ ਕੀ ਹੋ ਜਾਏ ਸਾਡੇ ਪਾਸ 180। ਇੱਕੋ ਹੀ ਪਾਸੇ ਬਣੇ ਕੋਣਾਂ ਦਾ ਜੋੜ ਕਿੰਨਾ ਆ ਜਾਏ ਸਾਡੇ ਪਾਸ 180 ਆ ਜਾਏ। ਸੋ ਅਸੀਂ ਨਾ ਚਾਰਾਂ ਦੇ ਵਿੱਚੋਂ ਕੋਈ ਇੱਕ, ਜਾਂ ਤਾਂ ਇੰਟੀਰੀਅਰ ਜਾਂ ਐਕਸਟੀਰੀਅਰ ਜਾਂ ਕੋਰਸਪੋਂਡਿੰਗ ਜਾਂ ਸਮ ਆਫ ਐਂਗਲਸ ਔਨ ਦਾ ਸੇਮ ਸਾਈਡ ਆਫ ਟਰਾਂਸਵਰਸਲ ਇਸ 180 ਪ੍ਰੂਵ ਕਰਨਾ ਹੈ। ਸੋ ਸਾਡੇ ਪਾਸ ਕੀ ਹੈ ਪ੍ਰੂਫ ਦੇ ਵਿੱਚ, OA, ਜੋ OA ਹੈ ਸਾਡੇ ਪਾਸ, ਇਹ ਸਾਡਾ ਰੇਡੀਅਸ ਹੈ ਕਿਉਂਕਿ ਪੂਰੀ AB ਕੀ ਹੈ ਸਾਡਾ ਡਾਇਆਮੀਟਰ। OA ਇਜ਼ ਰੇਡੀਅਸ, OA ਸਾਡੇ ਪਾਸ ਕੀ ਹੈ, ਅਰਧ ਵਿਆਸ ਹੈ। ਸੋ ਜੋ ਅਰਧ ਵਿਆਸ ਹੁੰਦਾ ਹੈ ਉਹ ਹਮੇਸ਼ਾ ਜੋ ਤੁਹਾਡੀ ਟੇਂਜੈਂਟ ਹੈ, ਸਪਰਸ਼ ਰੇਖਾ ਹੈ, ਉਸ ਦੇ ਨਾਲ ਹਮੇਸ਼ਾ 90 ਦਾ ਜਿਹੜਾ ਕੋਣ ਹੈ ਉਹ ਬਣਾਉਂਦਾ। ਸੋ ਦਿਸ ਐਂਗਲ ਇਜ਼ ਆਫ 90 ਡਿਗਰੀ। ਸਪੋਜ਼ ਇਸ ਦਾ ਨਾਮ ਅਸੀਂ 1 ਰੱਖ ਲੈਂਦੇ ਹਾਂ। ਸੋ ਜੋ OA ਹੈ ਉਹ ਸਪਰਸ਼ ਰੇਖਾ PQ ਦੇ ਉੱਪਰ ਕੀ ਹੋਏਗਾ, ਲੰਬ ਹੋਏਗਾ। ਦੈਟ ਮੀਨਸ ਐਂਗਲ OAP, ਜਿਸ ਦਾ ਨਾਂ ਅਸੀਂ 1 ਵੀ ਰੱਖ ਸਕਦੇ, ਦੈਟ ਇਜ਼ ਇਕੁਅਲ ਟੂ 90 ਡਿਗਰੀ। ਇੱਥੇ ਅਸੀਂ ਰੀਜ਼ਨ ਦੇ ਸਕਦੇ ਹਾਂ ਬ੍ਰੈਕਟ ਦੇ ਵਿੱਚ, ਦੈਟ ਰੇਡੀਅਸ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਟੇਂਜੈਂਟ। ਜੋ ਸਪਰਸ਼ ਰੇਖਾ ਦੇ ਉੱਪਰ ਜੋ ਅਰਧ ਵਿਆਸ ਹੈ ਉਹ ਹਮੇਸ਼ਾ ਲੰਬ ਹੁੰਦਾ ਹੈ। ਇਸੇ ਤਰ੍ਹਾਂ OB ਵੀ ਕੀ ਹੈ ਸਾਡੇ ਪਾਸ, ਰੇਡੀਅਸ ਹੈ। OB ਇਜ਼ ਰੇਡੀਅਸ, OB ਵੀ ਸਾਡੇ ਪਾਸ ਕੀ ਹੈ, ਅਰਧ ਵਿਆਸ। ਭਾਵ ਜੋ OB ਹੈ ਉਹ RS ਦੇ ਉੱਪਰ ਕੀ ਬਣਾਏਗਾ, ਲੰਬ ਬਣਾਏਗਾ। OB ਇਜ਼ ਪਰਪੈਂਡੀਕੂਲਰ ਟੂ RS, ਦੈਟ ਮੀਨਸ ਜੋ ਐਂਗਲ OBS ਜਾਂ OBR ਹੈ ਉਹ ਕਿੰਨੇ ਦਾ ਹੋਏਗਾ, 90 ਡਿਗਰੀ। ਮੈਂ ਇਸ ਸਾਈਡ ਵਾਲਾ ਐਂਗਲ ਲੈ ਲੈਣਾ, ਦਿਸ ਵਨ। ਸੋ ਐਂਗਲ OBS ਇਜ਼ ਆਫ 90 ਡਿਗਰੀ। ਸੋ ਜੇਕਰ ਮੈਂ ਇਹਨਾਂ ਦੋ ਐਂਗਲਸ ਨੂੰ ਚੈੱਕ ਕਰਾਂ, ਐਂਗਲ OAP ਤੇ ਐਂਗਲ OBS, OAP ਤੇ ਐਂਗਲ OBS, ਇਹ ਸਾਡੇ ਪਾਸ ਕਿਸੇ ਟਰਾਂਸਵਰਸਲ ਦੇ ਆਪੋਜ਼ਿਟ ਐਂਗਲ ਦੇ ਨੇ ਇੱਧਰਲੀ ਸਾਈਡ। ਦੈਟ ਮੀਨਸ ਦੀਜ਼ ਆਰ ਅਲਟਰਨੇਟ ਇੰਟੀਰੀਅਰ ਐਂਗਲਸ, ਦਿਸ ਵਨ ਐਂਡ ਦਿਸ ਵਨ। ਇਹ ਸਾਡੇ ਪਾਸ ਕੀ ਨੇ, ਅੰਦਰੂਨੀ ਇਕਾਂਤਰ ਕੋਣ, ਤੇ ਦੋਨੋਂ ਕੀ ਨੇ ਸਾਡੇ ਪਾਸ 90 ਦੇ ਨੇ, ਭਾਵ ਇਕੁਅਲ ਨੇ, ਬਰਾਬਰ ਨੇ। ਸੋ ਐਂਗਲ OAP is equal to angle OBS, that is equal to 90 degree। ਸਾਡੇ ਪਾਸ ਕੀ ਰੀਜ਼ਨ ਬਣ ਜਾਂਦਾ ਹੈ, a pair of alternate interior
ਐਂਗਲਸ ਇਜ਼ ਇਕੁਅਲ, ਅੰਦਰੂਨੀ ਇਕਾਂਤਰ ਕੋਣਾਂ ਦਾ ਇੱਕ ਜੋੜਾ ਬਰਾਬਰ ਹੈ। ਦੈਟ ਇੰਪਲਾਈਜ਼, ਜੋ ਸਾਡੇ ਪਾਸ ਦੋ ਰੇਖਾਵਾਂ ਨੇ, ਲਾਈਨਾਂ ਨੇ, ਦੇ ਆਰ ਪੈਰਲਲ, ਪੀ ਕਿਊ ਇਜ਼ ਪੈਰਲਲ ਟੂ ਆਰ ਐਸ, ਹੈਂਸ ਪ੍ਰੂਵਡ, ਸਿੱਧ ਕੀਤਾ। ਤੇ ਅਸੀਂ ਰੀਜ਼ਨ ਦੇ ਸਕਦੇ ਹਾਂ, ਅੰਦਰੂਨੀ ਇਕਾਂਤਰ ਕੋਣਾਂ ਦਾ ਇੱਕ ਜੋੜਾ ਬਰਾਬਰ ਹੈ, ਇਸ ਲਈ ਪੀ ਕਿਊ ਸਮਾਨਾਂਤਰ ਹੈ ਆਰ ਐਸ ਦੇ, ਹੈਂਸ ਪ੍ਰੂਵਡ। ਉਮੀਦ ਹੈ ਦੋਸਤੋ ਤੁਹਾਨੂੰ ਕੁਐਸਚਨ ਜਿਹੜਾ ਸਮਝ ਆਇਆ ਹੋਵੇਗਾ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਕੋਈ ਵੀ ਤੁਹਾਡੀ ਕੁਐਰੀ ਹੈ ਕੁਐਸਚਨ ਦੇ ਰਿਗਾਰਡਿੰਗ ਤਾਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕੌਮੈਂਟ ਜ਼ਰੂਰ ਕਰ ਦਿਓ। ਸੋ ਨੈਕਸਟ ਪਾਰਟ ਦੇ ਵਿੱਚ ਅਸੀਂ ਕੁਐਸਚਨ ਨੰਬਰ ਜੋ 5 ਹੈ ਉਹ ਵੀ ਡਿਸਕਸ ਕਰ ਲੈਂਦੇ ਹਾਂ। ਜੋ ਕੁਐਸਚਨ ਨੰਬਰ 5 ਹੈ ਉਹ ਨੋਰਮਲ ਕੁਐਸਚਨ ਦੇ ਨਾਲੋਂ ਥੋੜ੍ਹਾ ਡਿਫਰੈਂਟ ਹੈ। ਪ੍ਰੂਵ ਦੈਟ ਦ ਪਰਪੈਂਡੀਕੂਲਰ ਐਟ ਦ ਪੁਆਇੰਟ ਆਫ ਕੰਟੈਕਟ ਟੂ ਦ ਟੇਂਜੈਂਟ ਟੂ ਅ ਸਰਕਲ ਪਾਸਿਸ ਥਰੂ ਸੈਂਟਰ। ਸੋ ਸਾਡੇ ਪਾਸ ਇੱਕ ਸਰਕਲ ਹੈ, suppose this is a circle, perpendicular at the point of contact to tangent to a circle passes through center। so ਸਾਡੇ ਪਾਸ ਇੱਕ tangent given ਹੈ, suppose this is tangent P Q ਤੇ ਇਸ ਦਾ point of contact ਕੀ ਹੈ A। ਸੋ ਇੱਥੇ ਅਸੀਂ ਇੱਕ perpendicular ਡਰਾ ਕਰਨਾ ਹੈ ਤੇ ਅਸੀਂ ਪ੍ਰੂਵ ਕਰਨਾ ਹੈ that this perpendicular passes through center, ਸਰਕਲ ਦੇ ਸੈਂਟਰ ਦੇ ਵਿੱਚੋਂ ਦੀ ਪਾਸ ਕਰਦਾ ਹੈ। ਸਪੋਜ਼ ਇਹ ਸਾਡੇ ਪਾਸ ਕੀ ਹੈ, ਸੈਂਟਰ O ਹੈ। ਸੋ ਅਸੀਂ ਇੱਕ ਪਰਪੈਂਡੀਕੂਲਰ ਡਰਾਅ ਕਰਨਾ ਹੈ। ਪਹਿਲਾਂ ਸਾਨੂੰ ਗਿਵਨ ਹੈ, ਦਿੱਤਾ ਕੀ ਗਿਆ ਹੈ, ਪੀ ਕਿਊ ਇਜ਼ ਅ ਟੇਂਜੈਂਟ। ਪੀ ਕਿਊ ਇੱਕ ਸਪਰਸ਼ ਰੇਖਾ ਹੈ। ਸੋ ਨਾਲ ਹੀ ਅਸੀਂ ਬਿੰਦੂ A ਦੇ ਉੱਪਰ ਇੱਕ ਜਿਹੜਾ ਲੰਬ ਬਣਾਉਣਾ ਹੈ ਅਤੇ ਉਹ ਜਾਣਾ ਕਿੱਥੋਂ ਦੀ ਚਾਹੀਦਾ, O ਦੇ ਵਿੱਚੋਂ ਦੀ, ਅਸੀਂ ਪ੍ਰੂਵ ਕਰਨਾ ਹੈ। ਸੋ ਸਪੋਜ਼ ਅਸੀਂ ਇਹ ਮੰਨ ਲੈਂਦੇ ਹਾਂ ਕਿ ਜਿਹੜਾ ਲੰਬ ਅਸੀਂ ਬਣਾ ਰਹੇ ਹਾਂ ਉਹ O ਦੇ ਵਿੱਚੋਂ ਦੀ ਨਹੀਂ ਜਾਂਦਾ, ਕਿਸੇ ਹੋਰ ਬਿੰਦੂ ਦੇ ਵਿੱਚੋਂ ਦੀ ਹੋ ਕੇ ਜਾ ਰਿਹਾ, ਭਾਵ ਇੱਕ ਰੇਖਾ ਹੈ ਉਹ ਕਿਸੇ ਨਾ ਕਿਸੇ ਬਿੰਦੂ ਦੇ ਵਿੱਚੋਂ ਦੀ ਹੋ ਕੇ ਜਾਏਗੀ। ਸਪੋਜ਼ ਮੈਂ ਇੱਕ ਪਰਪੈਂਡੀਕੂਲਰ ਡਰਾ ਕਰ ਲੈਂਦਾ ਅਤੇ ਉਹ ਕਿਸੇ ਬਿੰਦੂ O ਡੈਸ਼ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਸਪੋਜ਼ O ਡੈਸ਼ A ਇਜ਼ ਪਰਪੈਂਡੀਕੂਲਰ ਟੂ ਪੀ ਕਿਊ। ਮੈਂ ਇੱਕ ਲੰਬ ਬਣਾ ਲਿਆ ਹੈ ਜੋ ਕੇਂਦਰ ਦੇ ਵਿੱਚੋਂ ਦੀ ਨਹੀਂ ਹੋ ਕੇ ਜਾਂਦਾ, ਕਿਸੇ ਹੋਰ ਬਿੰਦੂ O ਡੈਸ਼ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਅਤੇ ਮੈਂ ਪ੍ਰੂਵ ਕੀ ਕਰਨਾ ਹੈ ਕਿ ਇਹ ਕੇਂਦਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਸੋ ਟੂ ਪ੍ਰੂਵ ਕੀ ਹੈ ਸਾਡੇ ਪਾਸ, ਸਿੱਧ ਕੀ ਕਰਨਾ ਸੀ, ਸਿੱਧ ਕਰੋ ਪਰਪੈਂਡੀਕੂਲਰ ਪਾਸਿਸ ਥਰੂ O, ਜੋ ਲੰਬ ਹੈ ਲੰਬ ਜੋ ਹੈ ਬਿੰਦੂ O ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਸੋ ਸਿੱਧ ਕਰਦੇ ਹਾਂ ਅਸੀਂ ਮੰਨਿਆ ਹੈ ਕਿ ਜਿਹੜਾ ਲੰਬ ਹੈ ਸਾਡਾ O ਡੈਸ਼ A, ਇਹ ਕੇਂਦਰ ਦੇ ਵਿੱਚੋਂ ਦੀ ਨਾ ਜਾ ਕੇ ਕਿਸੇ ਹੋਰ ਬਿੰਦੂ O ਡੈਸ਼ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਬਟ ਮੈਨੂੰ ਪਤਾ ਹੈ ਕਿ ਜੇਕਰ ਮੈਂ ਕਦੇ ਵੀ ਕੇਂਦਰ ਨੂੰ ਸਪਰਸ਼ ਬਿੰਦੂ ਦੇ ਨਾਲ ਮਿਲਾਉਣਾ ਹੈ, ਪੁਆਇੰਟ ਆਫ ਕੰਟੈਕਟ ਦੇ ਨਾਲ ਮਿਲਾਉਣਾ ਹੈ, ਤਾਂ ਹਮੇਸ਼ਾ ਕੀ ਬਣਦਾ ਹੈ, ਲੰਬ ਬਣਦਾ ਹੈ, ਕਿਉਂਕਿ ਇਹ ਕੀ ਹੈ ਸਾਡੇ ਪਾਸ ਰੇਡੀਅਸ ਹੈ। ਸੋ OA ਜੋ ਹੈ ਦੈਟ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ PQ। ਰੀਜ਼ਨ ਕੀ ਹੈ, ਰੇਡੀਅਸ OA ਸਾਡਾ ਜੋ OA ਉਹ ਰੇਡੀਅਸ ਹੈ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਟੇਂਜੈਂਟ। ਜੋ ਅਰਧ ਵਿਆਸ ਹੁੰਦਾ ਹੈ ਉਹ ਸਪਰਸ਼ ਰੇਖਾ ਦੇ ਉੱਪਰ ਹਮੇਸ਼ਾ ਲੰਬ ਹੁੰਦਾ ਹੈ। ਸੋ OAP ਜੋ ਐਂਗਲ OAP ਹੈ ਇਹ ਕਿੰਨਾ ਬਣ ਜਾਂਦਾ ਸਾਡੇ ਪਾਸ 90 ਡਿਗਰੀ। ਬਟ ਮੈਂ ਸ਼ੁਰੂ ਦੇ ਵਿੱਚ ਸਪੋਜ਼ ਕੀਤਾ ਹੈ, ਕੰਸਟਰਕਟ ਕੀਤਾ ਹੈ ਕਿ O ਡੈਸ਼ A ਜਿਹੜਾ ਹੈ ਉਹ ਲੰਬ ਹੈ PQ ਦੇ ਉੱਪਰ, ਭਾਵ ਐਂਗਲ O ਡੈਸ਼ AP O ਡੈਸ਼ AP ਵੀ ਕਿੰਨੇ ਦਾ ਹੈ 90 ਡਿਗਰੀ ਦਾ ਹੈ।
सो मेरे पास एक केस आ गया है कि एंगल ओ ए पी भी 90 है तो ओ डैश ए पी भी 90 है। सो ये तो पॉसीबल नहीं है। दिस सिंपलाइज एंगल ओ ए पी इज इक्वल टू एंगल ओ डैश ए पी बोथ आर ऑफ 90 डिग्री। दोवें किन्ने दे ने 90 डिग्री ਦੇ ਹੋ ਗਏ ਨੇ। ਸੋ ਇਹ ਕਦੋਂ ਸੰਭਵ ਹੈ ਕਿ ਦੋਨੋਂ ਐਂਗਲ ਜਿਹੜੇ ਨੇ 90 ਡਿਗਰੀ ਦੇ ਹੋ ਜਾਣ? ਇਹ ਤਾਂ ਅਸੰਭਵ ਹੈ। ਭਾਵ ਜੋ ਮੈਂ ਸਪੋਜ਼ ਕੀਤਾ ਹੈ ਕਿ O ਡੈਸ਼ A ਜਿਹੜਾ ਹੈ ਉਹ ਪਰਪੈਂਡੀਕੂਲਰ ਹੈ ਪੀ ਕਿਊ ਦੇ, ਜਾਂ ਤਾਂ ਇਹ ਗਲਤ ਹੈ ਜਿੱਥੋਂ ਮੈਂ ਸ਼ੁਰੂ ਤੋਂ ਇਹ ਕੁਐਸਚਨ ਲੈ ਕੇ ਚੱਲਿਆ, ਜੋ ਮੈਂ ਧਾਰਨਾ ਕੀਤੀ ਹੈ। ਭਾਵ O ਡੈਸ਼ A ਜਿਹੜਾ ਹੈ ਉਹ ਪੀ ਕਿਊ ਦੇ ਉੱਪਰ ਲੰਬ ਨਹੀਂ ਹੈ। ਜਾਂ ਦੂਸਰਾ ਕੀ ਹੋ ਸਕਦਾ ਹੈ ਸਾਡੇ ਪਾਸ? ਅਸੀਂ ਕੀ ਕਹਿ ਸਕਦੇ ਹਾਂ ਕਿ O ਡੈਸ਼ A ਜਿਹੜਾ ਤਦ ਹੀ ਪੀ ਕਿਊ ਦੇ ਉੱਪਰ ਪਰਪੈਂਡੀਕੂਲਰ ਹੈ, ਤਦ ਹੀ ਇਹ ਲੰਬ ਬਣ ਸਕਦਾ ਜੇਕਰ O ਤੇ O ਡੈਸ਼ ਜਿਹੜੇ ਨੇ ਉਹ ਸੇਮ ਪੁਆਇੰਟ ਹੋਣ, ਇਹ ਕੋਇਨਸਾਈਡ ਕਰ ਜਾਣ। ਸੋ ਇਟ ਇਜ਼ ਓਨਲੀ ਪੋਸੀਬਲ, it is only possible when O and O dash coincide। ਭਾਵ ਇਹ ਉਦੋਂ ਹੀ ਸੰਭਵ ਹੈ ਜਦੋਂ O ਅਤੇ O ਡੈਸ਼ ਇੱਕ ਹੀ ਬਿੰਦੂ ਹੋਣ। ਹੁਣ ਜੇਕਰ O ਤੇ O ਡੈਸ਼ ਇੱਕ ਹੀ ਬਿੰਦੂ ਨੇ ਤਾਂ ਜਿਹੜਾ ਮੈਂ ਲੰਬ ਬਣਾਇਆ ਹੈ ਉਹ O ਡੈਸ਼ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ, ਭਾਵ ਉਹ ਕੇਂਦਰ O ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਹੈਂਸ ਪਰਪੈਂਡੀਕੂਲਰ O ਡੈਸ਼ A ਪਾਸਿਸ ਥਰੂ ਸੈਂਟਰ। ਸੋ ਜੋ O ਡੈਸ਼ A ਹੈ ਉਹ ਕੇਂਦਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਹੈਂਸ ਪ੍ਰੂਵਡ। ਹੈਂਸ ਪ੍ਰੂਵ। ਸੋ ਜਿਹੜਾ ਇਹ ਕੁਐਸਚਨ ਹੈ ਇਹ ਪਹਿਲਾਂ ਦੇ ਕੁਐਸਚਨਸ ਦੇ ਨਾਲੋਂ ਥੋੜ੍ਹਾ ਡਿਫਰੈਂਟ ਹੈ। ਇਸ ਦੇ ਵਿੱਚ ਥਿਓਰੈਟੀਕਲ ਪਾਰਟ ਜੋ ਹੈ ਉਹ ਜ਼ਿਆਦਾ ਹੈ। ਉਮੀਦ ਹੈ ਤੁਹਾਨੂੰ ਕੁਐਸਚਨ ਜਿਹੜੇ ਨੇ 1 to 5 ਇਹ ਸਾਰੇ ਸਮਝ ਆਏ ਹੋਣਗੇ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੋ ਵੀ ਤੁਹਾਡਾ ਐਕਸਪੀਰੀਅੰਸ ਹੈ, ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਪਲੀਜ਼ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਜ਼ਰੂਰ ਕਰੋ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ 'ਤੇ ਆਉਣ ਲਈ ਧੰਨਵਾਦ।